ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 21ਵੀਂ ਪਦ 5ਵਾਂ ਵਿਚਾਰਨ ਜਾ ਰਹੇ ਹਾਂ। ਜਿਵੇਂ ਆਪਾਂ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਇਨਸਾਨ ਇੰਨਾ ਸਿਆਣਾ ਨਹੀਂ, ਇੰਨਾ ਅਕਲਮੰਦ ਨਹੀਂ ਜਿਹੜਾ ਪ੍ਰਭੂ ਦੀਆਂ ਰਮਜ਼ਾਂ ਸਮਝ ਸਕੇ। ਜਿੰਨੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਓਨਾ ਪ੍ਰਾਣੀ ਬੋਲਦਾ ਹੈ, ਓਨਾ ਸੁਣਦਾ ਹੈ ਅਤੇ ਓਨਾ ਹੀ ਵਿਚਾਰਦਾ ਹੈ। ਆਪਣੇ ਆਪ 'ਚ ਇਨਸਾਨ ਕੁਝ ਵੀ ਕਰਨ ਦੇ ਸਮਰੱਥ ਨਹੀਂ ਹੈ ਪ੍ਰਭੂ ਦੇ ਅਸ਼ੀਰਵਾਦ ਤੋਂ ਬਿਨਾਂ, ਗੁਰੂ ਮਹਾਰਾਜ ਦੀ ਕਿਰਪਾ ਤੋਂ ਬਿਨਾਂ। ਸੁਖਮਣੀ ਸਾਹਿਬ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਲੋਕਾਈ ਦੇ ਉੱਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ ਸੁਖਮਣੀ ਸਾਹਿਬ ਦੀ ਰਚਨਾ ਕਰਕੇ। ਬਿਲਕੁਲ ਸਮੇਂ ਦੇ ਨਾਲ ਜੋੜਿਆ ਹੈ। ਪ੍ਰਾਣੀ ਨੂੰ ਅਨੁਕੂਲਤਾ ਦੇ ਵਿੱਚ ਘਿਰ ਕੇ ਪ੍ਰਭੂ ਦਾ ਨਾਮ ਲੈਣਾ, ਆਪਣੇ ਆਪ ਨੂੰ ਉਸ ਤਰ੍ਹਾਂ ਢਾਲ ਲੈਣਾ, ਇਹ ਜੁਗਤ ਹੈ ਜਿਹੜੀ ਪਾਤਸ਼ਾਹ ਨੇ ਸਮਝਾਈ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਪੰਜ ਤੱਤ ਇਨਸਾਨ ਨੂੰ ਭਰਮਾ ਲੈਂਦੇ ਹਨ। ਜਿਹੜੀ ਇਹਨਾਂ ਤੱਤਾਂ ਨੂੰ ਚਲਾਉਣ ਵਾਲੀ ਮਾਇਆ ਹੈ, ਜਿਹੜੀ ਪ੍ਰਭੂ ਦੀ ਦਾਸੀ ਹੈ, ਉਹ ਇਹਨਾਂ ਨੂੰ ਖੂਬ ਚਲਾ ਕੇ ਪ੍ਰਾਣੀ ਤੋਂ ਪ੍ਰਭੂ ਨੂੰ ਦੂਰ ਕਰ ਦਿੰਦੀ ਹੈ। ਰੰਗਾਂ ਦੇ ਵਿੱਚ ਰੰਗਿਆ ਜਾਂਦਾ ਹੈ, ਝੂਠਿਆਂ ਦੇ ਵਿੱਚ, ਝੂਠ ਦੇ ਦੇਸ਼ ਦੇ ਵਿੱਚ ਫਸ ਜਾਂਦਾ ਹੈ, ਵੱਸ ਜਾਂਦਾ ਹੈ। ਜਿਹੜਾ ਸੱਚਾ ਦੇਸ਼ ਹੈ ਉਹ ਤੋਂ ਵਾਂਝਾ ਰਹਿ ਜਾਂਦਾ ਹੈ। ਸੱਚੇ ਪਾਤਸ਼ਾਹ ਨੇ 24,000 ਅੱਖਰਾਂ ਦੀ ਵਰਤੋਂ ਕੀਤੀ ਹੈ ਸੁਖਮਣੀ ਸਾਹਿਬ ਦੇ ਵਿੱਚ। 24 ਅਸ਼ਟਪਦੀਆਂ ਹਨ। ਇੱਕ ਅਸ਼ਟਪਦੀ ਦੇ 8 ਭਾਗ ਹਨ, ਜਾਣੀ ਪਦ ਹਨ। ਦੂਸਰੇ ਪਾਸੇ ਸਮਾਂ ਸ਼ੁਰੂ ਹੁੰਦਾ ਹੈ ਛਿੰਨਾਂ ਤੋਂ, ਪੱਲਾਂ ਤੋਂ, ਫਿਰ ਮਿੰਟਾਂ ਤੱਕ, ਘੰਟਿਆਂ ਤੱਕ, ਦਿਨ ਤੱਕ, ਦਿਨ ਤੇ ਰਾਤ ਤੱਕ, ਹਫ਼ਤਾ, ਮਹੀਨਾ, ਸਾਲ, ਸਦੀਆਂ। ਇਸ ਤਰ੍ਹਾਂ ਸਮਾਂ ਲੰਬਾ ਹੋ ਜਾਂਦਾ ਹੈ। ਜਿੰਨਾ ਮਰਜ਼ੀ ਉਹਨੂੰ ਵਧਾ ਲਿਆ ਜਾਵੇ, ਪਰ ਅਖੀਰ ਨੂੰ ਮੁੱਕਣ ਯੋਗ ਹੈ। ਸਮਾਂ ਸਦਾ ਲਈ ਨਹੀਂ ਹੈ। ਪ੍ਰਭੂ ਸਦਾ ਲਈ ਹੈ, ਸਦੀਵੀ ਹੈ। ਸਮਾਂ ਮਨੁੱਖ ਨੇ ਆਪਣੇ ਮਾਪ ਤੋਲ ਨੂੰ ਸੌਖਾ ਬਣਾਉਣ ਦੇ ਲਈ ਬਣਾਇਆ ਹੈ। ਪ੍ਰਭੂ ਨੂੰ ਸਮੇਂ ਦੀ ਕੋਈ ਲੋੜ ਨਹੀਂ ਹੈ, ਟਾਈਮਲੈਸ ਹੈ। ਇਨਸਾਨ 24,000 ਸਾਹ ਲੈਂਦਾ ਇੱਕ ਦਿਨ ਤੇ ਰਾਤ ਦੇ ਵਿੱਚ। 1 ਘੰਟੇ ਦੇ ਵਿੱਚ 1,000 ਸਵਾਸ। ਇਹਨਾਂ ਸਵਾਸਾਂ ਉੱਤੇ ਉਹਦੀ ਕੋਈ ਮਰਜ਼ੀ ਨਹੀਂ ਹੈ, ਉਹਦਾ ਕੋਈ ਕੰਟਰੋਲ ਨਹੀਂ ਹੈ। ਇਹ ਆਪਣੇ ਬਹਾਅ ਦੇ ਵਿੱਚ ਪ੍ਰਭੂ ਦੀ ਕਿਰਪਾ ਦੇ ਨਾਲ ਆਉਂਦੇ ਹਨ। ਜਿੰਨਾ ਇਹਨਾਂ ਦਾ ਲਿਮਟ ਹੈ ਉਹਨੇ ਆਉਣੇ ਹਨ, ਫਿਰ ਰੁਕ ਜਾਣਾ ਹੈ। ਇਨਸਾਨ ਦੀ ਜ਼ਿੰਦਗੀ ਸਵਾਸ ਨਾਲ ਬੰਨ੍ਹੀ ਹੋਈ ਹੈ। ਜਦੋਂ ਆਖਰੀ ਸਵਾਸ ਆਇਆ ਤਾਂ ਪ੍ਰਾਣੀ ਦੀ ਲਾਈਫ ਦਾ ਵੀ ਆਖਰੀ ਪਲ ਹੋਵੇਗਾ। ਗੁਰੂ ਮਹਾਰਾਜ ਨੇ ਇਹ ਜਿਹੜਾ ਪਲ ਪਲ, ਛਿਨ ਛਿਨ ਦੀ ਕਿਰਿਆ ਹੈ ਸਵਾਸਾਂ ਦੀ,
ਇਹਨੂੰ ਵਡਮੁੱਲੀ ਬਣਾਉਣ ਦੇ ਲਈ ਆਪਣੇ ਪਿਆਰੇ ਸਿੱਖ ਨੂੰ ਸਮਝਾਇਆ ਹੈ। ਮਾਲਾ ਦੀ ਤਰ੍ਹਾਂ ਹੀ ਕਈ ਗੁਰੂ ਪਿਆਰੇ ਮਾਲਾ ਜਪਦੇ ਹਨ। ਆਦਤ ਪਾਉਣ ਦਾ ਤਰੀਕਾ ਹੈ, ਕਿਸੇ ਵੀ ਤਰ੍ਹਾਂ ਪੈ ਜਾਵੇ ਚੰਗੀ ਹੈ। ਸਵਾਸਾਂ ਵਾਲੀ ਕਿਰਿਆ ਦੇ ਵਿੱਚ ਪ੍ਰਾਣੀ ਨੂੰ ਕੁਝ ਲੋੜ ਨਹੀਂ ਹੈ। ਸਵਾਸ ਵੀ ਪ੍ਰਾਣੀ ਦੇ ਹਨ। ਵਾਹਿਗੁਰੂ ਵਾਹਿਗੁਰੂ ਕਰਨਾ ਵੀ ਉਹਦੇ ਹੱਥ ਦੇ ਵਿੱਚ ਹੈ। ਸੱਚੇ ਪਾਤਸ਼ਾਹ ਨੇ ਸੌਖੀ ਵਿਧੀ ਘੜੀ ਹੈ। ਜਦੋਂ ਕੁਝ ਦਿਨ ਇਨਸਾਨ ਇਸ ਪਾਸੇ ਤੁਰਦਾ ਹੈ, ਔਖਾ ਲੱਗਦਾ ਹੈ। ਜਦੋਂ ਸਵਾਸ ਆਈ ਜਾਂਦੇ ਹਨ, ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਹੈ। ਸ਼ੁਰੂਆਤ ਦੇ ਵਿੱਚ ਔਖਾ ਅਤੇ ਅਨੋਖਾ ਲੱਗਦਾ ਹੈ, ਪਰ ਜਿਉਂ-ਜਿਉਂ ਸਮਾਂ ਬੀਤਦਾ ਜਾਂਦਾ ਹੈ, ਇੱਕ ਰਸ ਮਿਠਾਸ ਜਿਹੜੀ ਗੁਰਬਾਣੀ ਦੇ ਵਿੱਚੋਂ ਪੈਦਾ ਹੁੰਦੀ ਹੈ, ਪ੍ਰਭੂ ਦੇ ਨਾਮ ਦੇ ਵਿੱਚੋਂ ਪੈਦਾ ਹੁੰਦੀ ਹੈ, ਪ੍ਰਾਣੀ ਨੂੰ ਉਹ ਮਿਲਣ ਲੱਗ ਜਾਂਦਾ ਹੈ। ਫਿਰ ਆਪਣੇ ਆਪ ਕਿਰਿਆ ਸ਼ੁਰੂ ਹੋ ਜਾਂਦੀ ਹੈ। ਅਜੱਪਾ ਜਪ, ਜਪਣਾ ਨਹੀਂ ਪੈਂਦਾ, ਆਪਣੇ ਆਪ ਹੀ ਜਪਿਆ ਜਾਂਦਾ। ਗੁਰੂ ਦੇ ਪਹੁੰਚੇ ਹੋਏ ਪਿਆਰੇ ਲੰਬੇ ਸਮੇਂ ਦੇ ਬਾਅਦ ਉਸ ਕਿਰਿਆ ਦੇ ਵਿੱਚ ਚਲੇ ਜਾਂਦੇ ਹਨ ਕਿ ਉਹਨਾਂ ਨੂੰ ਕੁਝ ਵੀ ਨਹੀਂ ਕਰਨਾ ਪੈਂਦਾ। ਸਰੀਰ ਆਪਣੇ ਆਪ ਹੀ ਚੱਲੀ ਜਾਂਦਾ ਹੈ, ਸਵਾਸ ਲਈ ਜਾਂਦਾ ਹੈ, ਪ੍ਰਭੂ ਦਾ ਨਾਮ ਜਪੀ ਜਾਂਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ 3 ਪ੍ਰਮੁੱਖ ਵਿਸ਼ੇ ਚੁਣੇ ਹਨ ਸੁਖਮਨੀ ਸਾਹਿਬ ਦੇ ਵਿੱਚ। ਪਹਿਲਾ ਪ੍ਰਭੂ ਦੀ ਉਸਤਤ, ਦੂਸਰਾ ਉਹਦੇ ਪਿਆਰਿਆਂ ਦੀ ਸ਼ਲਾਘਾ, ਤੀਸਰਾ ਜਿਹੜੇ ਦੋਖੀ ਹੈ ਪ੍ਰਭੂ ਦੇ ਵੀ ਅਤੇ ਉਹਦੇ ਪਿਆਰਿਆਂ ਦੇ ਵੀ, ਉਹਨਾਂ ਨੂੰ ਸੱਚ ਦਾ ਰਾਹ ਦਿਖਾਇਆ ਹੈ। ਸੱਚੇ ਪਾਤਸ਼ਾਹ ਨੇ ਪਹਿਲੇ 3 ਪਦਾਂ ਦੇ ਵਿੱਚ ਪ੍ਰਭੂ ਦੀ ਉਹ ਅਵਸਥਾ ਸੁਣਾਈ ਹੈ ਜਦੋਂ ਉਹ ਇਕੱਲੇ ਸੀ। ਆਹ ਖਲਾ ਦੇ ਵਿੱਚ ਕੋਈ ਸੂਰਜ ਨਹੀਂ ਸੀ, ਕੋਈ ਚੰਦਰਮਾ ਨਹੀਂ ਸੀ, ਧਰਤੀਆਂ ਨਹੀਂ ਸਨ, ਤਾਰੇ, ਧਰਤੀ ਉੱਤੇ ਪਹਾੜ, ਸਮੁੰਦਰ ਜਾਂ ਪ੍ਰਾਣੀ, ਜਾਨਵਰ, ਪੰਛੀ ਕੋਈ ਵੀ ਨਹੀਂ ਸੀ। ਸਿਰਫ ਤੇ ਸਿਰਫ ਇਕੱਲਾ ਸੀ, ਕਲਮ ਕੱਲਾ ਪ੍ਰਭੂ ਆਪ। ਜਦੋਂ ਪ੍ਰਭੂ ਨੇ ਕ੍ਰੀਏਸ਼ਨ ਪੈਦਾ ਕਰ ਦਿੱਤੀ, ਜਿਹੜੀ ਉਹਨੇ ਮਨ ਦੇ ਵਿੱਚ ਸਾਂਭੀ ਰੱਖੀ ਸੀ, ਜਦੋਂ ਉਹਦੀ ਇੱਛਾ ਹੋਈ ਉਸੇ ਛਿਨ ਦੇ ਵਿੱਚ ਉਹਨੇ ਰਚਨਾ ਰਚਾ ਦਿੱਤੀ। ਧੰਨ ਧੰਨ ਗੁਰੂ ਅਰਜਨ ਦੇਵ ਜੀ ਉਹਨਾਂ ਰਿਸ਼ਤਿਆਂ ਦੇ ਨਾਲ ਕੰਪੈਰੀਜ਼ਨ ਕਰਦੇ ਹਨ ਦਾਤੇ ਦੀਆਂ ਵਡਿਆਈਆਂ ਦੇ, ਜਿਹੜੇ ਬਾਅਦ ਦੇ ਵਿੱਚ ਪੈਦਾ ਹੋਏ ਹਨ ਜਾਂ ਬਾਅਦ ਦੇ ਵਿੱਚ ਉਹਨੇ ਸਿਰਜੇ ਹਨ, ਬਣਾਏ ਹਨ। ਜਦੋਂ ਉਹ ਆਰੰਭ ਦੇ ਵਿੱਚ ਇਕੱਲਾ ਸੀ, ਆਦਿ ਪੁਰਖ ਸੀ, ਉਸ ਵੇਲੇ ਜਾਂ ਨਾ ਕੋਈ ਵਹਿਮ ਭਰਮ, ਨਾ ਕੋਈ ਰਿਸ਼ਤਾ, ਕੁਝ ਵੀ ਨਹੀਂ ਸੀ। ਜੇ ਦੁਨੀਆ ਦੇ ਵਿੱਚ ਆਪਾਂ ਦੇਖ ਲਈਏ ਗੁਰੂ ਪਿਆਰਿਓ, ਨਾਨਕ ਦੁਖੀਆ ਸਭ ਸੰਸਾਰ, ਸਾਰੀ ਲਕਾਈ ਦੁਖੀ ਹੈ, ਪਰੇਸ਼ਾਨ ਹੈ, ਤ੍ਰਿਸ਼ਨਾ ਦੇ ਵਿੱਚ ਬੰਨ੍ਹੀ ਹੋਈ ਹੈ। ਜੇ ਦੇਖਿਆ ਜਾਵੇ,
ਜਿਨ੍ਹਾਂ ਨੂੰ ਅਸੀਂ ਆਪਣੇ ਕਹਿੰਦੇ ਹਾਂ, ਆਪਣੇ ਮੰਨਦੇ ਹਾਂ, ਮਾਂ ਬਾਪ, ਮਿੱਤਰ, ਪੁੱਤ, ਭਾਈ, ਸਾਰੇ ਦੇ ਸਾਰੇ ਅਸਲ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪ੍ਰਾਣੀ ਨੂੰ ਦੁੱਖਾਂ ਵਿੱਚ ਧਕੇਲਦੇ ਹਨ। ਮਾਇਆ, ਪਦਾਰਥ, ਪੜ੍ਹਾਈ, ਗਿਆਨ, ਇਹ ਸਾਰਾ ਕੁਝ ਤ੍ਰਿਸ਼ਨਾ ਦੇ ਵੱਲ ਲੈ ਕੇ ਜਾਂਦਾ ਹੈ। ਇਹ ਸਾਰਾ ਕੁਝ ਬਾਅਦ ਦੇ ਵਿੱਚ ਪੈਦਾ ਹੋਇਆ ਹੈ, ਪ੍ਰਭੂ ਨੇ ਆਪ ਪੈਦਾ ਕੀਤਾ ਹੈ। ਸ਼ਗਨ, ਅਪਸ਼ਗਨ, ਉੱਚਾ ਨੀਚਾ, ਇਹ ਸਾਰਾ ਕੁਝ ਕ੍ਰੀਏਸ਼ਨ ਦੇ ਨਾਲ ਹੀ ਆਇਆ ਹੈ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਭਰਮਾਂ ਦਾ ਵਿਨਾਸ਼ ਤਾਂ ਕਰਦੇ ਹੀ ਹਨ, ਪਰ ਨਾਲ ਹੀ ਜਿਹੜੇ ਤਰਜਮਾ ਕਰਨ ਵਾਲੇ ਲੋਕ ਹਨ, ਜਿਨ੍ਹਾਂ ਨੇ ਕਿਤਾਬਾਂ ਪੜ੍ਹ ਪੜ੍ਹ ਕੇ ਉਲਟ ਅਰਥ ਕੱਢੇ ਹਨ, ਰਹਿਬਰ ਕੁਝ ਕਹਿ ਗਏ ਦੁਨੀਆ ਨੂੰ ਸੁਧਾਰਨ ਦੇ ਲਈ ਆਪਣੇ ਪ੍ਰਵਚਨ, ਕਿ ਲੋਕਾਂ ਦਾ ਭਲਾ ਹੋ ਜਾਵੇ ਆਪਣੇ ਹਿਸਾਬ ਦੇ ਨਾਲ ਕਥਾ ਵਾਰਤਾ। ਪਰ ਜਿਹੜੇ ਬਾਅਦ ਦੇ ਵਿੱਚ ਉਹਨਾਂ ਦੇ ਸ਼ਿਸ਼ ਆਏ, ਵਿਦਿਆਰਥੀ ਆਏ, ਉਹਨਾਂ ਨੇ ਆਪਣੀਆਂ ਮਰਜ਼ੀਆਂ ਉਹਦੇ ਵਿੱਚ ਥੋਪ ਦਿੱਤੀਆਂ। ਫਿਰ ਮਰਜ਼ੀ ਦੇ ਉੱਤੇ ਮਰਜ਼ੀ ਟਿਕਦੀ ਗਈ। ਜਿਹੜਾ ਅਸਲੀ ਉਪਦੇਸ਼ ਸੀ ਉਹ ਗੁੰਮ ਗਿਆ, ਖਤਮ ਹੀ ਹੋ ਗਿਆ। ਬਾਅਦ ਵਿੱਚ ਥੋਪੀਆਂ ਗਈਆਂ ਮਰਜ਼ੀਆਂ ਪ੍ਰਚਲਿਤ ਹੋ ਗਈਆਂ, ਜਿਹੜੀਆਂ ਜ਼ਿਆਦਾਤਰ ਗਿਆਨ ਰਹਿਤ ਸਨ, ਵੱਡੀਆਂ ਪਾਉਣ ਵਾਲੀਆਂ ਸਨ ਸਮਾਜ ਦੇ ਵਿੱਚ, ਉੱਚੇ ਨੀਵੇਂ, ਰੰਗਾਂ ਦੇ ਆਧਾਰ 'ਤੇ, ਸਗਨਾਂ ਫਸਗਨਾਂ ਦੇ ਆਧਾਰ 'ਤੇ। ਬਿਲਕੁਲ ਇਸੇ ਤਰ੍ਹਾਂ ਹੀ ਵਾਪਰਿਆ। ਦੁਨੀਆ ਵੰਡੀ ਗਈ, ਬਹੁਤ ਸਾਰੇ ਧਰਮ ਖੜੇ ਹੋ ਗਏ। ਆਪਣੇ ਆਪਣੇ ਧਰਮ ਨੂੰ ਹਰ ਕੋਈ ਪਿਆਰ ਕਰਦਾ ਹੈ ਬਹੁਤ ਜ਼ਿਆਦਾ। ਜਿਹੜੇ ਵੀ ਉਸ ਧਰਮ ਦੇ ਵਿੱਚ ਪੈਦਾ ਹੁੰਦੇ ਆ, ਯਕੀਨਨ ਮਾਂ ਬਾਪ ਦੇ ਵਿਰਸੇ ਵਾਂਗੂ ਉਹਨਾਂ ਦਾ ਧਰਮ ਉਹੀ ਰਹਿੰਦਾ ਹੈ। ਆਪਣੇ ਧਰਮ ਨੂੰ ਹਰ ਕੋਈ ਵੱਡਾ ਉੱਚਾ ਮੰਨਦਾ ਹੈ, ਸੁੱਚਾ ਮੰਨਦਾ ਹੈ। ਪਰ ਕਦੀ ਕਦਾਈ ਸਹਿਣਸ਼ੀਲਤਾ ਦਾ ਯੁੱਗ ਬਹੁਤ ਚੰਗਾ ਹੈ, ਡਾਇਲੋਗ ਚੱਲਦਾ ਆਪਸ ਦੇ ਵਿੱਚ ਇਹਨਾਂ ਅਕੀਦਿਆਂ ਦਾ। ਪਰ ਕਦੇ ਕਦਾਈ ਪੜਾਅ ਵੀ ਹੋ ਜਾਂਦਾ ਹੈ, ਟੱਕਰ ਹੋ ਜਾਂਦੀ ਹੈ ਵਿਚਾਰਾਂ ਦੀ ਜਾਂ ਨਾਮਾਂ ਦੀ। ਜ਼ਿਆਦਾਤਰ ਨਾਮਾਂ ਦੀ ਟੱਕਰ ਹੁੰਦੀ ਹੈ, ਵਿਚਾਰਾਂ ਦੀ ਘੱਟ ਹੁੰਦੀ ਹੈ। ਉਹ ਇੰਨੀ ਵੱਧ ਜਾਂਦੀ ਹੈ ਕਿ ਮਨੁੱਖਤਾ ਮਰਦੀ ਆ ਉਹਦੇ ਉੱਤੇ, ਕਤਲੇਆਮ ਹੋ ਜਾਂਦੀ ਹੈ। ਸਿਰਫ ਕੁਝ ਸ਼ਬਦਾਂ ਦੇ ਤੀਰ ਇਸ ਤਰ੍ਹਾਂ ਚੱਲਦੇ ਹਨ, ਫਿਰ ਚਲਾਉਣ ਵਾਲੇ ਭੁੱਲ ਜਾਂਦੇ ਹਨ ਕਿ ਸਾਡਾ ਧਰਮ ਹੈ ਜਿਹੜਾ ਦੂਸਰਿਆਂ ਨੂੰ ਜੀਣ ਦੇ ਲਈ ਵੀ ਹੱਕ ਦਿੰਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਬੜੇ ਖੁੱਲ੍ਹ ਕੇ ਵਿਚਾਰ ਪ੍ਰਗਟ ਕੀਤੇ ਹਨ ਕਿ ਜਿਹੜੀ ਬਾਅਦ ਦੇ ਵਿੱਚ ਰਚਨਾ ਰਚਾਈ ਹੈ, ਉਹਦੇ ਵਿੱਚ ਬਹੁਤ ਜ਼ਿਆਦਾ ਬਨੌਤਾਂ ਆ ਗਈਆਂ, ਵੱਖਰੀਆਂ ਵੱਖਰੀਆਂ। ਵਹਿਮ ਆ ਗਏ, ਭਰਮ ਆ ਗਏ, ਜਿਹੜੇ ਕਿ ਪ੍ਰਭੂ ਦੇ ਵੇਲੇ ਜਦੋਂ ਪ੍ਰਭੂ ਇਕੱਲਾ ਹੀ ਸੀ ਉਹ ਮੌਜੂਦ ਨਹੀਂ ਸਨ। ਇਸ ਪਦ ਦੇ ਵਿੱਚ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਜਬ ਆਪਣੀ ਸੋਭਾ ਆਪਨ ਸੰਗ ਬਣਾਈ,
ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ। ਜਦੋਂ ਦਾਤਾ ਕੱਲਾ ਹੀ ਸੀ ਤੇ ਉਹਦਾ ਆਦਰ ਸਤਿਕਾਰ, ਉਹਦੀ ਸੋਭਾ ਕੌਣ ਕਰਦਾ ਸੀ? ਹੋਰ ਕੋਈ ਨਹੀਂ ਸੀ, ਪੈਦਾ ਹੀ ਨਹੀਂ ਸੀ ਹੋਇਆ, ਉਹਨੇ ਬਣਾਇਆ ਹੀ ਨਹੀਂ ਸੀ, ਰਿਸ਼ਤਾ ਵੀ ਕੋਈ ਨਹੀਂ ਸੀ ਉਹਦਾ। ਮਾਂ ਬਾਪ ਮਿੱਤਰ ਪੁੱਤਰ ਭਾਈ ਕੋਈ ਰਿਸ਼ਤਾ ਹੈ ਨਹੀਂ ਸੀ। ਉਹ ਆਪਣੀ ਵਡਿਆਈ ਆਪ ਹੀ ਕਰਦਾ ਸੀ। ਉਹਦੀ ਸੋਭਾ ਉਹਦੇ ਨਾਲ ਹੀ ਸੀ, ਉਹਦੀ ਪ੍ਰਭਤਾ ਉਹਦੇ ਆਪ ਦੇ ਨਾਲ ਚੱਲਦੀ ਸੀ। ਕਿਉਂਕਿ ਕੋਈ ਰਿਸ਼ਤਾ ਬਣਿਆ ਹੀ ਨਹੀਂ ਸੀ। ਜਿਹੜੇ ਬਲੱਡ ਰਿਲੇਸ਼ਨ ਅਸੀਂ ਕਹਿ ਦਿੰਦੇ ਹਾਂ, ਪ੍ਰਭੂ ਦਾ ਕੋਈ ਇਸ ਤਰ੍ਹਾਂ ਦਾ ਰਿਸ਼ਤਾ ਨਹੀਂ ਸੀ ਬਣਿਆ। ਤੇ ਨਾ ਹੀ ਧਰਤੀਆਂ ਬਣੀਆਂ ਸਨ, ਨਾ ਹੀ ਸੂਰਜ ਬਣੇ ਸਨ, ਨਾ ਹੀ ਤਾਰੇ ਬਣੇ ਸਨ। ਕਿੰਨਾ ਮਹਾ ਆਨੰਦ ਦੇ ਵਿੱਚ ਪ੍ਰੀਤਮ ਪਿਆਰਾ ਉਸ ਸਮੇਂ ਦੇ ਵਿੱਚ ਨਿਹਾਲ ਹੋ ਕੇ ਰਹਿੰਦਾ ਸੀ। ਦਿਲ ਦੇ ਵਿੱਚ ਸੀ ਆਪਣੇ ਬਗੀਚੇ ਬਣਾਉਣ ਦੀ ਤਾਂਘ। ਸਰਬ ਜੈ ਸਰਬ ਕਲਾ ਆਪੇ ਪਰਬੀਨ, ਤੈ ਵੇਦ ਕਤੇਬ ਕਹਾਂ ਕੋਊ ਚੀਨ। ਉਹ ਪੂਰਾ ਪਰਫੈਕਟ ਸੀ। ਆਪਣੀਆਂ ਕਲਾਵਾਂ ਨੂੰ ਲੈ ਕੇ, ਸ਼ਕਤੀਆਂ ਨੂੰ ਲੈ ਕੇ ਪ੍ਰਭੂ ਪੂਰਾ ਮਾਹਰ ਸੀ, ਪਰਫੈਕਟ ਸੀ। ਬੜੀ ਪਰਵੀਨਤਾ ਦੇ ਨਾਲ ਉਹ ਸਾਂਭੀ ਬੈਠਾ ਸੀ ਇਹਨਾਂ ਸਾਰੀਆਂ એનર્ਜੀਆਂ ਨੂੰ। ਜਿਵੇਂ ਸੂਰਜ ਦੀ એનર્ਜੀ ਹੈ, ਇਕੱਲੇ ਇੱਕ ਸੂਰਜ ਦੀ, ਜਿਹੜਾ ਇਸ ਧਰਤੀ ਦੇ ਉੱਤੇ ਤਪਸ਼ ਦੇ ਰਿਹਾ ਹੈ, ਜਿਹਨੂੰ ਅਸੀਂ ਸਾਡਾ ਸੂਰਜ ਕਹਿ ਦਿੰਦੇ ਹਾਂ। ਇਹਦੀ એનર્ਜੀ ਇਕੱਲੇ ਦੀ ਹੀ ਕੋਈ ਅੰਦਾਜ਼ਾ ਨਹੀਂ ਲਾ ਸਕਦਾ, ਪਰ ਪ੍ਰਭੂ ਉਹਨੂੰ ਆਪਣੇ ਵਿੱਚ ਸਮੋਈ ਬੈਠਾ ਸੀ। ਹਿਮਾਲਿਆ ਪਰਬਤ ਉੱਤੇ ਇੰਨੀ ਠੰਡ, ਇੰਨੀ ਬਰਫ਼, ਇੰਨੀ ਠੰਡਕ, ਸਾਇਬੇਰੀਆ ਦੇ ਮੈਦਾਨਾਂ ਦੇ ਵਿੱਚ, ਬਰਫਾਂ ਦੇ ਪਹਾੜ ਅਲਾਸਕਾ ਦੇ ਵਿੱਚ, ਉਹ ਸਾਰੇ ਦੇ ਸਾਰੇ ਸੀਤਲ ਪਰਬਤ ਉਸ ਵੇਲੇ ਪ੍ਰਭੂ ਆਪਣੇ ਵਿੱਚ ਰੱਖ ਰਿਹਾ ਸੀ, ਪ੍ਰਗਟ ਨਹੀਂ ਸੀ ਹੋਏ। ਬੇਸ਼ੱਕ ਬੜੀਆਂ ਬੜੀਆਂ ਕਿਤਾਬਾਂ ਪ੍ਰਾਣੀ ਨੇ ਪੜ੍ਹੀਆਂ, ਬਾਹਰਲੇ ਵਿਦੇਸ਼ਾਂ ਦੀਆਂ ਵੀ, ਪੱਛਮੀ ਮੁਲਕਾਂ ਦੀਆਂ ਵੀ, ਤੈ ਵੇਦ ਕਤੇਬ ਕਹਾਂ ਕੋਊ ਚੀਨ। ਚੀਨ ਪ੍ਰਭੂ ਨੇ ਲਫ਼ਜ਼ ਸੱਚੇ ਪਾਤਸ਼ਾਹ ਨੇ ਵਰਤਿਆ, ਧੰਨ ਗੁਰੂ ਅਰਜਨ ਦੇਵ ਜੀ ਨੇ, ਕਿ ਵੇਖਦਾ ਸੀ ਉਹਨਾਂ ਨੂੰ ਕੋਈ ਤੱਕਦਾ ਸੀ। ਜਿਹੜੀਆਂ ਵਿਦੇਸ਼ਾਂ ਦੀਆਂ ਕਿਤਾਬਾਂ ਸਨ, ਪੜ੍ਹਦਾ ਸੀ। ਪਰ ਜਦੋਂ ਪ੍ਰਭੂ ਇਕੱਲਾ ਸੀ, ਉਦੋਂ ਇਹਨਾਂ ਦੀ ਲੋੜ ਨਹੀਂ ਸੀ। ਉੱਥੇ ਕੋਈ ਨਹੀਂ ਸੀ ਦੇਖਣ ਵਾਲਾ ਇਹਨਾਂ ਗਿਆਨ ਵਾਲੀਆਂ ਕਿਤਾਬਾਂ ਨੂੰ। ਜਬ ਆਪਨ ਆਪ ਔਰ ਧਾਰੈ, ਤਉ ਸ਼ਗਨ ਅਪ ਸ਼ਗਨ ਕਹਾਂ ਵਿਚਾਰੈ। ਜਦੋਂ ਪਰਮਾਤਮਾ ਆਪਣੇ ਬਲ, ਆਪਣੇ ਤੇਜ, ਆਪਣੀ ਅਕਲ ਨੂੰ ਆਪਣੇ ਆਪ ਹੀ ਵਿੱਚ ਰੱਖਦਾ ਸੀ, ਕੋਈ ਸ਼ੇਅਰ ਕਰਨ ਵਾਲਾ ਨਹੀਂ ਸੀ, ਆਪਣੇ ਖਿਆਲ ਆਪਣੇ ਵਿੱਚ ਰੱਖਦਾ ਸੀ। ਫਿਰ ਇਹ ਜਿਹੜੇ ਇਸ ਵੇਲੇ ਦੁਨੀਆ ਸਮੇਂ ਨੂੰ ਚੰਗਾ ਕਹਿ ਦਿੰਦੀ ਹੈ, ਉਹੀ ਸਮੇਂ ਨੂੰ ਮਾੜਾ ਕਿਹਾ ਜਾਂਦਾ ਹੈ। ਕਿਸੇ ਦੇ ਲਈ ਕੋਈ
ਸ਼ਗਨ ਹੈ, ਕਿਸੇ ਦੇ ਲਈ ਅਪਸ਼ਗਨ ਹੈ। ਪਾਪ ਪੁੰਨ ਵੀ ਤੁਰ ਪਏ ਹਨ, ਸ਼ੁਭ ਤੇ ਸ਼ੁਭ ਲਗਨਾਂ ਦੀ। ਜਦੋਂ ਪ੍ਰੀਤਮ ਆਪਣੇ ਵਿੱਚ ਇਕੱਲਾ ਸੀ, ਆਪਣੇ ਆਪ ਨੂੰ ਇਹ ਅੰਦਰ ਸਮਾ ਕੇ ਰੱਖਦਾ ਸੀ, ਆਪਣੇ ਆਪ ਨਾਲ ਹੀ ਗੱਲਾਂ ਕਰਦਾ ਸੀ, ਤਾਂ ਜਿਹੜਾ ਹੁਣ ਖਲਾਰਾ, ਜਿਹੜਾ ਉਲਝਾਇਆ ਪਣ ਪਿਆ ਹੋਇਆ ਲੋਕਾਂ ਦੇ ਵਿੱਚ ਸ਼ਗਨ ਅਪਸ਼ਗਨ ਦਾ, ਉਦੋਂ ਕੌਣ ਵਿਚਾਰਦਾ ਸੀ? ਜੈ ਆਪਨ ਊਚਨ ਆਪਨ ਆਪ ਨੇਰਾ, ਤੈ ਕੌਣ ਠਾਕਰ ਕੌਣ ਕਹੀਐ ਚੇਰਾ। ਪ੍ਰੀਤਮ ਪਿਆਰਾ ਜਦੋਂ ਉਸ ਅਵਸਥਾ ਦੇ ਵਿੱਚ ਗੁਜ਼ਰ ਰਿਹਾ ਸੀ, ਅਸੀਂ ਬਹਿਸ ਕਰਦੇ ਹਾਂ ਇੱਕ ਦੂਸਰੇ ਦੇ ਨਾਲ, ਖਿਆਲ ਟਕਰਾ ਜਾਂਦੇ ਹਨ। ਜ਼ਰੂਰੀ ਨਹੀਂ ਕਿ ਬੰਦਾ ਦੂਸਰੇ ਨਾਲ ਸਹਿਮਤ ਹੋਵੇ, ਮਰਜ਼ੀ ਆਪੋ ਆਪਣੀ ਹੈ। ਇਹਦੇ ਨਾਲ ਟਕਰਾ, ਡਿਬੇਟ ਪੈਦਾ ਹੁੰਦਾ ਹੈ। ਕੋਈ ਆਪਣੇ ਆਪ ਨੂੰ ਵੱਡਾ ਕਹਿੰਦਾ, ਕੋਈ ਛੋਟਾ ਕਹਿੰਦਾ, ਕੋਈ ਉੱਚਾ ਕਹਿੰਦਾ, ਕੋਈ ਨੀਵਾਂ ਕਹਿੰਦਾ। ਪ੍ਰੀਤਮ ਪਿਆਰੇ ਸਮਝਾਉਂਦੇ ਹਨ ਕਿ ਇਨਸਾਨ ਨੇ ਬਣਾਈਆਂ ਗੱਲਾਂ ਹਨ। ਪ੍ਰੀਤਮ ਜਦ ਆਪ ਇਕੱਲਾ ਸੀ, ਵਾਹਿਗੁਰੂ ਗੋਡ ਵਾਜ਼ ਅਲੋਨ, ਉਦੋਂ ਆ ਸ਼ਗਨ ਅਪਸ਼ਗਨ ਦੀ ਗੱਲ ਕੋਈ ਨਹੀਂ ਸੀ ਕਰ ਸਕਦਾ, ਕਿਉਂਕਿ ਕੋਈ ਹੈ ਹੀ ਨਹੀਂ ਸੀ। ਆਪ ਹੀ ਉੱਚਾ ਸੀ ਉਦੋਂ, ਆਪ ਹੀ ਨੀਚਾ ਸੀ, ਛੋਟਾ ਸੀ, ਵੱਡਾ ਸੀ, ਸਾਰਾ ਕੁਝ ਆਪ ਹੀ ਸੀ। ਠਾਕਰ ਵੀ ਆਪ ਸੀ, ਚੇਲਾ ਵੀ ਆਪ ਸੀ, ਮਾਲਕ ਵੀ ਆਪ ਸੀ। ਕੌਣ ਕ੍ਰਿਟੀਸਾਈਜ਼ ਕਰਨ ਵਾਲਾ ਸੀ ਉਦੋਂ? ਕਿਹੜਾ ਕਿਹਦੀ ਨਿੰਦਿਆ ਕਰਦਾ ਤੇ ਕਾਹਦੇ ਲਈ ਕਰਦਾ? ਬਿਸ ਮਨ ਬਿਸਮ ਰਹੇ ਬਸਮਾਦ, ਨਾਨਕ ਆਪਣੀ ਗਤ ਜਾਨੋ ਆਪ। ਅਚਰਜ ਅਦਭੁਤਤਾ ਸੁਆਮੀ ਦੀ। ਬਿਸਮਨ ਬਿਸਮ ਰਹੇ ਬਸਮਾਦ। ਮੇਰੇ ਪਿਆਰੇ ਦਾਤਾ, ਮੈਂ ਤੇਰੇ ਕੌਤਕ ਨੂੰ, ਤੇਰੇ ਅਚਰਜ ਨੂੰ, ਅਦਭੁਤਤਾ ਨੂੰ ਦੇਖ ਕੇ ਮਹਾ ਹੈਰਾਨ ਹੋ ਰਿਹਾ ਹਾਂ, ਕਿਉਂਕਿ ਮੈਨੂੰ ਸਮਝ ਨਹੀਂ ਲੱਗਦੀ। ਨਾਨਕ ਆਪਣੀ ਗਤ ਜਾਨੋ ਆਪ। ਹੇ ਨਾਨਕ, ਪ੍ਰਭੂ ਪਿਆਰਾ ਆਪਣੀ ਹਾਲਤ ਨੂੰ ਆਪ ਜਾਣਦਾ ਹੈ। ਉਹਨੂੰ ਕਿਸੇ ਸਲਾਹ ਦੀ ਲੋੜ ਨਹੀਂ ਹੈ, ਕਿਸੇ ਤੋਂ ਕੋਈ ਪੁੱਛਣ ਦੀ, ਦੱਸਣ ਦੀ ਆਵਸ਼ਕਤਾ ਵੀ ਨਹੀਂ ਹੈ। ਉਹ ਆਪਣੇ ਆਪ ਦੇ ਵਿੱਚ ਅਤੀ ਪ੍ਰਸੰਨ ਹੈ, ਖੁਸ਼ ਹੈ। ਗੁਰੂ ਪਿਆਰਿਓ, ਉਹ ਅਵਸਥਾ ਜਦੋਂ ਪ੍ਰੀਤਮ ਪਿਆਰੇ ਪ੍ਰਭੂ ਇਕੱਲੇ ਸੀ, ਉਸ ਵੇਲੇ ਨੂੰ, ਉਸ ਵਿਚਾਰ ਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। 21ਵੀਂ ਅਸ਼ਟਪਦੀ ਦਾ ਚੌਥਾ ਪਦ ਹੈ, ਜਬ ਆਪਣੀ ਸੋਭਾ ਆਪਨ ਸੰਗ ਬਣਾਈ, ਤਬ ਕਵਣ ਮਾਏ ਬਾਪ ਮਿੱਤਰ ਸੁਤ ਭਾਈ। When God's glory lay with himself alone, who was then mother, father, friend, or son and brother? They were not there. They did not exist. He was himself alone, carrying the idea of creation.
But all these relations did not exist at that time. God did not need no father. God did not need no mother to create himself. He had a self-creation. He could create million, jillion in one eye blink. जै सर्व कला आपे परवीन तै वेद कतेव कहा को चीन. When he himself was all versed in all the power, why did then anybody see the Vedas and books of the West then, that time? Why did not somebody brought the idea that time? जब आपन आप और तारे तऊ सगन अपशगन कहाँ विचारे. When the Lord kept his own ship to his own mind, then who thought of favorable and unfavorable omens? There was not any question, good or bad, high and low. He was by himself alone, controversy-less, ego-less, I-less, we-less, you-less, me-less. He did not have no pride, just himself, looking on his creation. कौन ठाकर कौन चेरा? Who was the master and who was the servant? बिस्मन बिस्म रहे बसमाद, नानक अपनी गत जानो आप. I am astonished at the wondrous mystery of the Lord. Nanak, thine condition, thou thyself knowest, O Lord. That is a great translation. Nanak, thine condition, thou thyself knowest, O Lord. जय आशल अभेद अभेद समाया. सच्चे पातशाह मेहर करते हैं. He was not purged that time, of course. He did not do the creation. He just knew his condition only by himself. Nobody else could tell him what to do. ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਮਿਹਰ ਕਰਦੇ ਹਨ ਕਿ ਪ੍ਰਾਣੀ ਤੂੰ ਗੱਲਾਂ ਬਹੁਤ ਸੁਣਦਾ. ਸੁਣਦਾ ਵੀ ਇਸ ਤਰੀਕੇ ਨਾਲ ਹੈ ਕਿ ਸੁਣਾਉਣੇ ਵਾਲੇ ਨੂੰ ਇਹ ਲੱਗਦਾ ਕਿ ਤੂੰ ਉਹਦਾ ਬਣ ਗਿਆ. ਉਹਦਾ ਉਪਦੇਸ਼ ਗੁਰੂ ਦਾ ਬਣਨ ਦੇ ਲਈ ਕਹਿੰਦਾ, ਤੂੰ ਉਹ ਵੀ ਮੰਨ ਲਿਆ. ਤੇਰਾ ਹਾਂ ਪੱਖੀ ਸਿਰ ਹਿਲਾਉਣਾ ਜਿਵੇਂ ਇੱਕ ਤੇਰੀ ਆਦਤ ਬਣ ਗਈ ਹੋਵੇ. ਬਿਨਾਂ ਐਗਰੀ ਕਰਨ ਤੋਂ ਇਸ਼ਾਰੇ ਇਹ ਕਰਦੇ ਕਿ ਮੈਂ ਨਾਲ ਹੀ ਹਾਂ, ਪਰ ਕੰਮ ਕਰਦੇ ਬਿਲਕੁਲ ਉਹ ਤੋਂ ਉਲਟ. ਇਹ ਜਿਹੜਾ ਡਬਲ ਸਟੈਂਡਰਡ ਹੈ ਮਿਸਟਰ ਹਿਊਮਨ ਬੀਇੰਗ, ਦਰਅਸਲ ਇਹ ਤੈਨੂੰ ਲੈ ਡੁੱਬਿਆ. ਤੇਰੇ ਕੋਲ ਕੋਈ ਚੋਇਸ ਨਹੀਂ ਉਹਨੇ ਛੱਡੀ. ਤੂੰ ਤਾਂ ਆਪੇ ਸਰੈਂਡਰ ਕਰ ਰਿਹਾ ਹੈ. ਪ੍ਰਭੂ ਨੇ ਇਹ ਜੁਗਤ ਨਾਲ ਦੁਨੀਆ ਬਣਾਈ ਹੈ. ਸਾਰੇ ਹੀ ਆਪਾਂ ਉਹਦੇ ਬੱਚੇ ਹਾਂ. ਸਾਰਿਆਂ ਉੱਤੇ ਉਹਨੇ ਕਿਰਪਾ ਕੀਤੀ ਹੈ ਕਿ ਉਹਦੀ ਸ਼ਲਾਘਾ ਕਰੋ, ਉਹਦਾ ਨਾਮ ਜਪੋ, ਉਹਦਾ ਸ਼ੁਕਰਾਨਾ ਕਰੋ.
ਜ਼ਿਆਦਾਤਰ ਵਾਂਝੇ ਕਿਉਂ ਰਹਿ ਜਾਂਦੇ ਹਾਂ? ਥੋੜ੍ਹੇ ਥੋੜ੍ਹੇ ਉਹਨੂੰ ਅਪਣਾ ਲੈਂਦੇ ਹਨ ਅਤੇ ਬਾਕੀ ਪੈਂਡਿੰਗ ਸਟੇਟਸ ਦੇ ਵਿੱਚ ਹੀ ਜ਼ਿੰਦਗੀ ਬਿਤਾ ਦਿੰਦੇ ਹਨ। ਪੈਂਡਿੰਗ ਦਾ ਮਤਲਬ ਇਹ ਹੈ ਵੀ ਵਿਚਾਰ ਅਧੀਨ ਹੈ। ਉਹ ਵਿਚਾਰ ਅਧੀਨ ਸੋਚ ਹੈ ਜਿਹੜੀ ਜ਼ਿੰਦਗੀ ਦੇ ਨਾਲ ਮੁੱਕਦੀ ਹੈ। ਨਾ ਉੱਧਰ ਵਿਚਾਰ ਹੁੰਦਾ ਨਾ ਉੱਧਰ ਹੁੰਦਾ। ਕਈ ਇਹ ਵਿਚਾਰ ਅਧੀਨ ਸੋਚ ਨੂੰ ਰੱਬ ਦੀ ਹੋਂਦ ਬਾਰੇ ਵੀ ਜੋੜ ਲੈਂਦੇ ਹਨ। ਦੇਖੀ ਜਾਊਗਾ ਜਦੋਂ ਸਮਾਂ ਆਊਗਾ। ਲੋਕ ਤਾਂ ਐਵੇਂ ਮਾਰੀ ਜਾਂਦੇ ਆ ਆਪਣੇ ਦਿਲ ਨੂੰ ਸ਼ਾਂਤ ਕਰਨ ਦੇ ਲਈ, ਬੜਾ ਸੋਹਣਾ ਬਹਾਨਾ, ਪਰ ਫੈਸਲਾ ਪ੍ਰਾਣੀ ਨਹੀਂ ਕਰ ਸਕਦਾ। ਉਸ ਪ੍ਰਭੂ ਦੀ ਹੋਂਦ ਬਾਰੇ ਵੀ ਸ਼ੰਕਾ ਕਰਦਾ, ਪਰ ਜਦੋਂ ਮੰਗਣਾ ਹੁੰਦਾ ਉਦੋਂ ਨਹੀਂ ਕਰਦਾ। ਉਦੋਂ ਸਲੂਟ ਮਾਰਦਾ, ਜਿਵੇਂ ਵੱਡੇ ਅਫਸਰ ਨੂੰ, ਮਿਲਟਰੀ ਦੇ ਨੂੰ ਕੋਈ ਮਾਰਦਾ ਹੁੰਦਾ ਕਿ ਸਾਰਾ ਕੁਝ ਤੇਰੇ ਹੱਥ ਦੇ ਵਿੱਚ ਹੈ, ਤੂੰ ਤਰੱਕੀ ਵੀ ਦੇ ਸਕਦਾ। ਪਰ ਜਦੋਂ ਮਾਇਆ ਦੇ ਛਲ ਦੇ ਵਿੱਚ ਲੱਗਿਆ ਹੁੰਦਾ, ਉੱਧਰ ਦੇਖਦਾ ਵੀ ਨਹੀਂ, ਤੱਕਦਾ ਵੀ ਨਹੀਂ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਿਹਰ ਕਰਦੇ ਹਨ ਕਿ ਪ੍ਰਾਣੀ, ਤੂੰ ਆਪਣੀ ਮੈਂ ਨੂੰ ਘਟਾ ਲੈ, ਆਪਣੀ ਬੱਲੇ ਬੱਲੇ ਨੂੰ ਖਤਮ ਕਰ ਦੇ। ਇਹਦੇ ਵਿੱਚ ਤੂੰ ਬਚਦਾ ਨਹੀਂ, ਸਗੋਂ ਫਸਦਾ ਹੈ। ਜਦੋਂ ਦਾਤੇ ਨੇ ਆਪ ਹੀ ਇਕੱਲਾ ਰਹਿ ਕੇ ਆਪਣੇ ਗੁਣਾਂ ਨੂੰ ਅਵਗੁਣਦੀ ਕੀਤਾ, ਮਨੁੱਖਤਾ, ਇਨਸਾਨੀਅਤ ਬਾਅਦ 'ਚ ਪੈਦਾ ਹੋਈ ਹੈ, ਪਰ ਏਡੀ ਬੜੀ ਸ੍ਰਿਸ਼ਟੀ ਨੂੰ ਅਪਾਉਣ ਦੇ ਲਈ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਸਮਝਾਇਆ ਹੈ ਕਿ ਉਹਨੇ ਕੋਈ ਕਸਰ ਨਹੀਂ ਛੱਡੀ। ਪ੍ਰਭੂ ਨੇ ਬੱਚੇ ਤੋਂ ਲੱਗ ਕੇ ਬੁੱਢੇ ਤੱਕ ਸਾਰੇ ਦੇ ਸਾਰੇ ਸੰਸਕਾਰ, ਜਿਵੇਂ ਦੁਨਿਆਵੀ ਪਿਓ ਆਪਣੇ ਬੱਚਿਆਂ ਨੂੰ ਦਿੰਦਾ ਹੈ, ਮਾਂ ਸਮਝਾਉਂਦੀ ਹੈ, ਉਸੇ ਤਰ੍ਹਾਂ ਬਾਖੂਬੀ ਦੇ ਨਾਲ ਪ੍ਰੀਤਮ ਪਿਆਰੇ ਨੇ ਇਹ ਜੁਗਤਾਂ ਸਮਝਾਈਆਂ ਹਨ। ਪਰ ਮੈਂ ਨਾ ਮਾਨੂੰ, ਆਕੜ ਦੇ ਵਿੱਚ ਆ ਕੇ ਪ੍ਰਾਣੀ ਗੱਪ ਮਾਰ ਦਿੰਦਾ ਹੈ ਬੇਸਮਝੀ ਦੀ। ਗੁਰੂ ਪਿਆਰਿਓ, ਆਪਣੀ ਸੋਭਾ, ਆਪਣੇ ਗੁਣ ਗਾਇਨ ਉਹਨੇ ਸਮਝਾਇਆ ਪੰਛੀਆਂ ਨੂੰ, ਕੋਇਲ ਨੂੰ, ਬਬੀਹੇ ਨੂੰ, ਕਿ ਮੈਂ ਸਾਜ਼ਾਂ ਦੇ ਵਿੱਚ ਵੱਸਦਾ, ਮੈਂ ਇਕੱਲੇਪਣ ਦੇ ਵਿੱਚ ਖੁਸ਼ ਰਹਿਣਾ, ਮੈਨੂੰ ਭੀੜਾਂ ਚੰਗੀਆਂ ਨਹੀਂ ਲੱਗਦੀਆਂ। ਬੜਾ ਪਿਆਰਾ ਪਿਆਰਾ ਪਹਾੜ ਝਰਦੇ ਗੀਤ ਮੇਰਾ ਗਾਉਂਦੇ ਹਨ, ਪਰ ਮੈਨੂੰ ਜਦੋਂ ਹੰਕਾਰ ਆਉਣ ਲੱਗਦਾ ਹੈ ਤਾਂ ਮੈਂ ਆਪਣੇ ਆਪ ਦੇ ਵਿੱਚ ਗੁੰਮ ਜਾਂਦਾ ਹਾਂ। ਮਾਂ ਬਾਪ, ਰਿਸ਼ਤੇ ਦੁਨੀਆ ਦੇ ਸਭ ਬਣਾਵਟੀ ਹਨ। ਸੁਣੀਆਂ ਸੁਣਾਈਆਂ ਗੱਲਾਂ ਦੇ ਵਿੱਚ ਆਪਣੀਆਂ ਮਰਜ਼ੀਆਂ ਐਡ ਕਰ ਦਿੱਤੀਆਂ, ਉਹਨਾਂ ਦਾ ਵੀ ਕੋਈ ਲਾਭ ਨਹੀਂ ਹੈ। ਆਪਣੇ ਆਪ ਦੇ ਵਿੱਚੋਂ ਪ੍ਰੀਤਮ ਆਨੰਦ ਪ੍ਰਾਪਤ ਕਰ ਰਿਹਾ ਹੈ। ਸਗਨ ਤੇ ਅਪਸ਼ਗਨ ਕੌਣ ਤੱਕੂਗਾ ਉਹਨਾਂ ਰਿਧੀਆਂ ਸਿੱਧੀਆਂ ਦੇ ਵਿੱਚ ਜਿਹੜੀਆਂ ਝੂਠੀਆਂ ਹਨ। ਪ੍ਰੀਤਮ ਪਿਆਰੇ ਨੇ ਆਪਣੇ ਆਪ ਨੂੰ ਮਲੰਗ ਬਣਾ ਕੇ ਛੋਟੇ ਜਿਹੇ ਬਿੱਜੇ ਉੱਤੇ ਲਿਟਾ ਦਿੱਤਾ। ਬੜੀ ਸੰਗਤ ਆਈ ਲਾਲੋ ਦੇ ਘਰੇ, ਸਭ ਕੁਝ ਨਾ ਕੁਝ ਲੈ ਕੇ ਗਿਆ। ਲਾਲੋ ਨੇ ਬੇਨਤੀ ਕੀਤੀ ਪ੍ਰੀਤਮ ਪਿਆਰੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੂੰ
ਕਿ ਤੁਸੀਂ ਦੇਖੋ ਕਿੰਨੀ ਭੀੜ ਲੱਗੀ ਆ ਆਪਣੇ ਗਰੀਬਾਂ ਦੇ ਘਰੇ ਅੱਜ। ਕਿੰਨੇ ਨਿਆਣੇ ਆਏ ਆ, ਸਿਆਣੇ ਆਏ ਆ। ਮੇਰੇ ਗਰੀਬ ਦੇ ਘਰ ਤਾਂ ਭੁੱਜੇ ਹੋਏ ਦਾਣਿਆਂ ਤੋਂ ਬਿਨਾਂ ਕੁਝ ਵੀ ਨਹੀਂ ਹੈ। ਉਹ ਮੈਂ ਦਾਣੇ ਹੀ ਦੇਈ ਜਾਂਦਾ ਹਾਂ। ਲੋਕ ਖੁਸ਼ ਹੋ ਕੇ ਸ਼ੁਕਰਾਨਾ ਕਰਨੋਂ ਥੱਕਦੇ ਨਹੀਂ। ਉਸ ਦਾਤੇ ਦੀ ਮਿਹਰ ਦੇ ਨਾਲ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ ਕਿ ਉਦੋਂ ਆਪ ਹੀ ਉੱਚਾ ਸੀ, ਆਪ ਹੀ ਨੀਵਾਂ ਸੀ। ਕੋਈ ਉਹ ਤਾਂ ਜਿਹੜੇ ਉਹਦੇ ਸੰਭਾਲਣ ਵਾਲੇ ਸੀ ਪ੍ਰਬੰਧ ਨੂੰ, ਉਹਨਾਂ ਵਿੱਚ ਕੋਈ ਵੱਡਾ ਨਹੀਂ ਸੀ, ਕੋਈ ਛੋਟਾ ਨਹੀਂ ਸੀ, ਸਾਰੇ ਬਰਾਬਰ ਦੇ ਸੀ। ਬਿਸਮਨ ਬਿਸਮ ਰਹੇ ਬਸਮਾਦ। ਪ੍ਰਭੂ ਆਪਣੀ ਮਹਾ ਸ਼ਾਂਤੀ ਦੇ ਵਿੱਚ ਇਕਾਗਰ ਸੀ। ਸ਼ੁਕਰਾਨਾ ਕਰ ਰਿਹਾ ਸੀ ਦਾਤੇ ਦਾ, ਮਿੱਤਰ ਪਿਆਰੇ ਨੂੰ ਸਾਡਾ ਹਾਲ ਮਰੀਦਾਂ ਦਾ ਕਹਿਣਾ। ਉਸ ਸੋਚ ਨੂੰ ਲੈ ਕੇ ਆਪਣੇ ਆਪ ਦੇ ਵਿੱਚ ਗਵਾਚਿਆ ਹੋਇਆ ਸੀ। ਬਿਸਮਨ ਬਿਸਮ ਰਹੇ ਬਸਮਾਦ। ਸੱਚੇ ਪਾਤਸ਼ਾਹ, I am astonished at the wondrous mystery of the Lord. ਬਿਸਮਨ ਬਿਸਮ ਰਹੇ ਬਸਮਾਦ। ਨਾਨਕ ਆਪਣੀ ਗਤ ਜਾਨੋ ਆਪ। ਆਪਣੀ ਮੋਕਸ਼, ਆਪਣੀ ਸਵਰਗ ਜਾਣ ਦੀ ਪ੍ਰਾਪਤੀ ਉਹ ਆਪ ਹੀ ਜਾਣਦਾ ਹੈ, ਭਲੀ ਭਾਂਤ ਜਾਣਦਾ ਹੈ। ਜੈ ਅਛਲ ਅਛੇਦ ਭੇਦ ਸਮਾਇਆ। ਊਹਾ ਕਿਸੇ ਵਿਆਪਤ ਮਾਇਆ। ਸਾਰੇ ਕੁਝ ਦੇ ਵਿੱਚ ਉਹ ਆਪ ਸਮਾਇਆ ਹੋਇਆ ਹੈ। When the undeceivable, impenetrable and insurable Lord was contained in himself, then who felt the influence of the mammon? ਸੱਚੇ ਪਾਤਸ਼ਾਹ ਨੇ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ 5ਵੇਂ ਪਦ ਦੇ ਵਿੱਚ ਕਿਰਪਾ ਕੀਤੀ ਹੈ। ਜੈ ਅਛਲ ਭੇਦ ਅਛੇਦ ਭੇਦ ਸਮਾਇਆ। ਉਹ ਕਿਸੇ ਵਿਆਪਤ ਮਾਇਆ। ਉਹ ਆਪਣੇ ਆਪ ਦੇ ਵਿੱਚ, ਜਿੱਥੇ ਕੋਈ ਠੱਗਿਆ ਨਾ ਜਾਵੇ, ਬਿਨੇ ਜਾਣ ਤੋਂ ਰਹਿਤ, ਭੇਦ ਤੋਂ ਰਹਿਤ, ਸਵਾਮੀ ਆਪਣੇ ਆਪ ਦੇ ਵਿੱਚ ਲੀਨ ਸੀ। ਉੱਥੇ ਕੋਈ ਮਾਇਆ ਕਿਸੇ ਤੇ ਅਸਰ ਨਹੀਂ ਕਰ ਸਕਦੀ ਸੀ। ਜੈ ਛਲ ਭੇਦ ਅਛੇਦ ਭੇਦ ਸਮਾਇਆ। ਊਹਾ ਕਿਸੇ ਵਿਆਪਤ ਮਾਇਆ। ਆਪਸ ਕੋ ਆਪੇ ਆਦੇਸ਼, ਤਉ ਗੁਣ ਕਾ ਨਾਹੀ ਪ੍ਰਵੇਸ਼। ਵਾਹਿਗੁਰੂ ਆਪਣੇ ਆਪ ਨੂੰ ਨਮਸਕਾਰ ਕਰਦਾ ਸੀ। 3 ਲੱਛਣ ਸਨ ਜਿਹੜੇ ਜੱਗ ਦੇ ਵਿੱਚ ਦਾਖਲ ਨਹੀਂ ਹੋਏ ਸਨ। ਤਉ ਗੁਣ ਕਾ ਨਾਹੀ ਪ੍ਰਵੇਸ਼, ਅਜੇ ਆਏ ਨਹੀਂ ਸਨ। ਜੈ ਏਕੈ ਏਕ ਏਕ ਭਗਵੰਤਾ। ਉਹ ਇੱਕੋ ਹੀ ਸਾਹਿਬ, ਅਦੁੱਤੀ ਸਾਹਿਬ ਸੀ, ਜਿਹੜਾ ਬੇਫਿਕਰੀ ਦੇ ਵਿੱਚ ਸੀ। ਤੈ ਕੌਣ ਅਚਿੰਤ ਕਿਸੇ ਲਾਗੇ ਚਿੰਤਾ। ਕੋਈ ਇਹਨਾਂ ਚਿੰਤਾ ਦੇ ਵਿੱਚ ਉਦਾਸ ਨਹੀਂ ਸੀ, ਨਾ ਹੀ ਕੋਈ ਅਚਿੰਤ ਸੀ ਤੇ ਨਾ ਕੋਈ ਚਿੰਤਾ ਕਰਨ ਵਾਲਾ ਸੀ। ਜੈ ਆਪਣ ਆਪ ਆਪ ਪਤਿਆਰਾ। ਤੈ ਕੌਣ ਕਥੇ ਕੌਣ ਸੁਣਨੇ ਹਾਰਾ। ਪ੍ਰੀਤਮ ਪਿਆਰਾ,
ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਆਪਣੇ ਆਪ ਨਾਲ ਸੰਤੁਸ਼ਟ ਸੀ। ਉੱਥੇ ਨਾ ਕੋਈ ਕਹਿਣੇ ਵਾਲਾ ਸੀ, ਨਾ ਕੋਈ ਸੁਣਨ ਵਾਲਾ ਸੀ। ਬਹੁ ਬੇਅੰਤ ਊਚ ਤੇ ਉੱਚਾ, ਨਾਨਕ ਆਪਸ ਕੋ ਆਪੇ ਪਹੁੰਚਾ। ਪ੍ਰਭ ਪਰਮ ਅਨੇਕ ਤੇ ਬੁਲੰਦਾਂ ਦਾ ਮਹਾਬੁਲੰਦ ਸੀ। ਨਾਨਕ ਕੇਵਲ ਉਹੀ ਆਪਣੇ ਆਪ ਤੱਕ ਪਹੁੰਚਦਾ ਸੀ। ਗੁਰੂ ਪਿਆਰਿਓ, ਆਪਾਂ ਪੰਜਵਾਂ ਪਦ ਵਿਚਾਰਿਆ, ਪਰ ਕਿਉਂਕਿ ਇਹ ਸਾਰੇ ਪਦ ਹੀ ਉਸ ਸਮੇਂ ਨੂੰ ਬਿਆਨ ਕਰਦੇ ਹਨ ਜਦੋਂ ਪ੍ਰਭੂ ਇਕੱਲਾ ਆਪ ਹੀ ਸੀ, ਇਸ ਕਰਕੇ ਦੂਸਰੇ ਪਦਾਂ ਦਾ ਥੋੜ੍ਹਾ ਬਹੁਤਾ ਵਿਚਾਰ ਹੈ ਜਿਹੜਾ ਸਮਝਣ ਦੇ ਲਈ ਕਰਨਾ ਜ਼ਰੂਰੀ ਬਣ ਜਾਂਦਾ ਹੈ। ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ। ਗੁਰੂ ਪਿਆਰਿਓ, ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।